ਸਤਿ ਸ਼੍ਰੀ ਅਕਾਲ ਜੀ, मैं ਹਾਂ संदेश औलख शर्मा। जगबानी टीवी ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਕੋਰੋਨਾ ਮਹਾਮਾਰੀ ਅਤੇ ਲਾਕਡਾਊਨ ਤੋਂ ਬਾਅਦ ਸ਼ਨੀਵਾਰ ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਸੀ, ਜਿਸ ਦੇ ਵਿੱਚ ਆਮ ਲੋਕਾਂ ਨੂੰ ਕੋਰਟ ਕੇਸਾਂ ਤੋਂ ਵੱਡੀ ਰਾਹਤ ਮਿਲੀ ਹੈ। ਜ਼ਿਲ੍ਹਾ ਅਦਾਲਤ ਦੇ ਵਿੱਚ 13 ਬੈਂਚ ਨੇ ਕ੍ਰਿਮੀਨਲ, ਸਿਵਲ ਅਤੇ ਟ੍ਰੈਫਿਕ ਮਾਮਲਿਆਂ ਦਾ ਨਿਪਟਾਰਾ ਕੀਤਾ ਹੈ ਅਤੇ 3 ਕੋਰਟ ਖਾਸ ਤੌਰ ਤੇ ਚੈੱਕ ਬਾਉਂਸ ਦੇ ਮਾਮਲਿਆਂ ਦੇ ਨਿਪਟਾਰੇ ਲਈ ਬਣਾਈਆਂ ਗਈਆਂ ਸੀ, ਜਦਕਿ ਇੱਕ ਕੋਰਟ ਦੇ ਵਿੱਚ ਸਿਰਫ ਮੈਟ੍ਰੀਮੋਨੀਅਲ ਕੇਸਾਂ ਦਾ ਹੀ ਨਿਪਟਾਰਾ ਕੀਤਾ ਗਿਆ। ਦਰਅਸਲ ਕੋਰੋਨਾ ਦੇ ਕਾਰਨ ਅਦਾਲਤਾਂ ਦੇ ਵਿੱਚ ਹਜ਼ਾਰਾਂ ਕੇਸ ਪੈਂਡਿੰਗ ਪਏ ਨੇ ਤੇ ਟ੍ਰੈਫਿਕ ਚਲਾਨਾਂ ਦਾ ਵੀ ਨਿਪਟਾਰਾ ਨਹੀਂ ਕੀਤਾ ਜਾ ਰਿਹਾ। ਇਸ ਲਈ ਲੋਕ ਅਦਾਲਤ ਦੇ ਵਿੱਚ ਪੁਰਾਣੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ ਤੇ ਇਸ ਦੌਰਾਨ ਲੋਕਾਂ ਨੂੰ ਕੋਰੋਨਾ ਗਾਈਡਲਾਈਨਸ ਦਾ ਵੀ ਪਾਲਣ ਕਰਨ ਦੀ ਹਦਾਇਤ ਦਿੱਤੀ ਗਈ ਸੀ। ਨੈਸ਼ਨਲ ਲੋਕ ਅਦਾਲਤ ਦੇ ਵਿੱਚ ਪਹੁੰਚੇ ਲੋਕਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਲੋਕ ਅਦਾਲਤ ਦਾ ਫਾਇਦਾ ਨਾ ਸਿਰਫ ਲੋਕਾਂ ਨੂੰ ਹੁੰਦਾ ਹੈ ਬਲਕਿ ਕੰਪਨੀਆਂ ਨੂੰ ਵੀ ਹੁੰਦਾ ਹੈ ਅਤੇ ਇੱਥੋਂ ਤੱਕ ਕਿ ਵਕੀਲਾਂ ਨੂੰ ਵੀ ਇਸ ਦਾ ਫਾਇਦਾ ਪਹੁੰਚਦਾ ਹੈ, ਕਿਉਂਕਿ ਪੈਂਡਿੰਗ ਪਏ ਕੇਸਾਂ ਦਾ ਨਿਪਟਾਰਾ ਜਲਦੀ ਹੁੰਦਾ ਹੈ ਤੇ ਸਭ ਤੋਂ ਵੱਡੀ ਗੱਲ ਕਿ ਕੇਸਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਹੋ ਜਾਂਦਾ ਹੈ ਤੇ ਦੋਵੇਂ ਪੱਖ ਇੱਕ ਦੂਸਰੇ ਦੇ ਗਲੇ ਲੱਗ ਕੇ ਖੁਸ਼ੀ ਨਾਲ ਜਾਂਦੇ ਨੇ। आम आदमी को सबसे ज़्यादा फ़ायदा ये है कि लिटिगेशंस के लिए जो लॉन्ग टाइम जो केसेस पेंडिंग होते हैं, रोज़ रोज़ कोर्ट आना पड़ता है, तो उससे एक उनको छुटकारा मिल जाता है। साथ ही साथ जो कंपनी इसमें इन्वॉल्व होती है उनको भी एक फ़ायदा हो जाता है कि उनको भी एक लॉन्ग प्रोसेस से नहीं गुजरना पड़ता है और टाइम बाउंड मैनर में पैसे जमा करने के बाद उनके भी छुटकारा उसी तरह से हो जाते हैं और उनको एडमिनिस्ट्रेटिव कॉस्ट का काफ़ी सेविंग होता है। सर हमारा 163A में था कि डेथ केस था, तो हमने सेटल किया उसको। कितना फ़ायदा है लोक अदालत? लोक अदालत में सर ये है स्पीडली कंपनीज़ को भी फ़ायदा है, क्लेमेंट को तो है ही है। कंपनीज़ को ये है कि वो जल्दी सेटलमेंट हो रही है तो इंटरेस्ट सेव हो जाता है कंपनी का, और केसेस भी हमारे रिड्यूस होते हैं। जो अननेसेसरी बर्डन है कंपनी के ऊपर सेटल करने का, वो उसमें भी हमें रिलीफ मिलता है। लगता है कि ऐसी लोक अदालतें और लगनी। यस सर, ऑफ कोर्स। मतलब लोक अदालत से ये है कि हमारे जो जुडिशरी सिस्टम है वो और इफ़ेक्टिवली, क्योंकि हमें ये कोविड पीरियड में हमें इंस्ट्रक्शंस थी कि आप ऐसे केसेस को देखो जहाँ पे पॉसिबिलिटी है, तो हमने लिस्ट दे दी थी इनको। हमारी प्री लोक अदालत मीटिंग्स रही हैं कोर्ट के साथ, तो उस पर हमें फ़ायदा तो हुआ है, नो डाउटली। सर लोक अदालत का फ़ायदा आम जनता के साथ कोर्ट्स को और एडवोकेट्स को भी है, जो प्री लिटिगेशन स्टेज के ऊपर या फिर लोक अदालत में रेफ़र होने के बाद जो बाद की ऑर्डील है, जो टाइम फैक्टर है और कॉस्ट फैक्टर है, फटीग फैक्टर है, वो सब ख़त्म हो जाता है। और सबसे बड़ी बात, दिल के साथ दिल भी मिल जाते हैं, सब गले मिलकर निकलते हैं यहाँ से, सेटलमेंट होता है पीसफुली एमिकेबली। तो लोक अदालत इसको तो बहुत प्रमोट करना चाहिए, थोड़ा स्ट्रीमलाइन करने की जरूरत है प्रोसेस को, और ये बहुत अच्छी चीज़ है। सर आपका कौन सा केस था, क्या आज वो फाइनल हो गया? आज मोटर व्हीकल एक्ट के अंदर था, 4 क्लेमर थे, उनका क्लेम पटिशन थी, वो सेटल हो गया 17 लाख में। यूनाइटेड इंडिया इंश्योरेंस की तरफ से हमने उसको 17 लाख में सेटल कर लिया। ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਸਕੱਤਰ ਅਸ਼ੋਕ ਕੁਮਾਰ ਮਾਨ ਨੇ ਦੱਸਿਆ ਕਿ ਪੂਰੇ ਦੇਸ਼ ਦੇ ਵਿੱਚ ਲੋਕ ਅਦਾਲਤ ਲਗਾਈ ਗਈ ਸੀ ਅਤੇ ਇਸ ਦੇ ਚੱਲਦੇ ਚੰਡੀਗੜ੍ਹ ਦੇ ਵਿੱਚ ਵੀ ਜ਼ਿਲ੍ਹਾ ਅਦਾਲਤ ਅਤੇ ਲੇਬਰ ਕੋਰਟ ਦੇ ਵਿੱਚ ਲੋਕ ਅਦਾਲਤ ਲਗਾਈ ਗਈ, ਜਿਸ ਦਾ ਮਕਸਦ ਸਿਰਫ ਲੋਕਾਂ ਨੂੰ ਘੱਟ ਸਮੇਂ ਵਿੱਚ ਇਨਸਾਫ ਦੇਣਾ ਹੈ ਤੇ ਅੱਜ ਤਕਰੀਬਨ 850 ਕੇਸ ਜੋ ਪੈਂਡਿੰਗ ਪਏ ਸੀ ਉਹਨਾਂ ਦਾ ਨਿਪਟਾਰਾ ਕੀਤਾ ਗਿਆ। Honorable Mr. Justice जसवंत सिंह जी, एग्जैक्टिव चेयरमैन लीगल सर्विस अथॉरिटी यूटी ਚੰਡੀਗੜ੍ਹ ਦੇ ਹਦਾਇਤਾਂ ਦੇ ਮੁਤਾਬਕ ਅੱਜ ਅਸੀਂ ਚੰਡੀਗੜ੍ਹ ਦੇ ਕੋਰਟਸ ਦੇ ਵਿੱਚ ਲੇਬਰ ਕੋਰਟ ਕੰਪਲੈਕਸ ਤੇ ਪਰਮਾਨੈਂਟ ਲੋਕ ਅਦਾਲਤ ਦੇ ਵਿੱਚ ਇੱਕ ਲੋਕ ਅਦਾਲਤ ਲਾਈ ਹੈ। ਇਹ ਨੈਸ਼ਨਲ ਲੋਕ ਅਦਾਲਤ ਹੈ, ਇਹ ਅੱਜ ਸਾਰੇ ਇੰਡੀਆ 'ਚ ਲਗਾਈ ਗਈ ਹੈ। ਇਸ ਦਾ ਮੇਨ ਮਕਸਦ ਹੈ ਵੀ ਤਾਂ ਕਿ ਲੋਕਾਂ ਨੂੰ ਜਲਦੀ ਸੌਖਾ ਨਿਆਂ ਮਿਲੇ। ਅੱਜ ਇਸ ਲੋਕ ਅਦਾਲਤ ਦੇ ਵਿੱਚ ਅਸੀਂ ਤਕਰੀਬਨ 850 ਕੇਸਿਸ ਜਿਹੜੇ ਰੈਗੂਲਰ ਕੋਰਟ 'ਚ ਪੈਂਡਿੰਗ ਸੀ ਉਹ ਰੱਖੇ ਹਨ ਅਤੇ ਕਾਫੀ ਸਾਰੇ ਪ੍ਰੀ ਲਿਟੀਗੇਟਿਵ ਕੇਸਿਸ ਰੱਖੇ ਹਨ ਤਾਂ ਕਿ ਇਹਨਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਹੋ ਸਕੇ। ਅਤੇ ਇਹਨਾਂ ਵਿੱਚ ਬਹੁਤੇ ਕੇਸਿਸ ਹਨ ਮੈਟਰੀਮੋਨੀਅਲ, ਯਾਨੀ ਕਿ ਲੋਕਾਂ ਦੇ ਜਿਹੜੇ ਫੈਮਿਲੀ ਡਿਸਪਿਊਟ ਹਨ, ਚੈੱਕ ਬਾਉਂਸਿੰਗ ਦੇ ਕੇਸਿਸ ਹੈਗੇ, ਇਸ ਤੋਂ ਇਲਾਵਾ ਲੇਬਰ ਕੋਰਟ ਦੇ ਕੇਸਿਸ ਹੈਗੇ ਅਤੇ ਹੋਰ ਡਿਫਰੈਂਟ ਤਰ੍ਹਾਂ ਦੇ ਜੋ ਕੋਰਟ 'ਚ ਕੇਸਿਸ ਪੈਂਡਿੰਗ ਹੈ, ਕੰਪਾਊਂਡੇਬਲ ਕ੍ਰਿਮੀਨਲ ਕੇਸਿਸ ਹੈਗੇ। ਇਹ ਸਾਰੇ ਤਰ੍ਹਾਂ ਦੇ ਕੇਸਿਸ ਨੂੰ ਅਸੀਂ ਅੱਜ ਲੋਕ ਅਦਾਲਤ ਲਗਾਇਆ ਹੈ ਅਤੇ ਅਸੀਂ ਸਾਡੇ ਆਫਿਸਰਸ ਨੇ ਕਾਫੀ ਵਰਕ ਕੀਤਾ ਹੈ। ਵਰਚੁਅਲੀ ਉਹਨਾਂ ਨਾਲ ਅਸੀਂ ਲਿਟੀਗੈਂਟਸ ਨਾਲ ਕੰਟੈਕਟ ਕਰਕੇ ਉਹਨਾਂ ਨਾਲ ਕੋਸ਼ਿਸ਼ ਕੀਤੀ ਹੈ ਵੀ ਤਾਂ ਕਿ ਸਹਿਮਤੀ ਬਣ ਸਕੇ ਅਤੇ ਫਿਜ਼ੀਕਲੀ ਵੀ ਲੋਕ ਇੱਥੇ ਆਏ ਹਨ ਲਿਟੀਗੈਂਟ, ਅਤੇ ਇਸ ਕਰਕੇ ਮੈਨੂੰ ਆਸ ਹੈ ਵੀ ਇੱਕ ਅੱਛਾ
ਸਾਨੂੰ ਇਹਦੇ 'ਚ ਸਕਸੈਸ ਮਿਲੇਗੀ ਅਤੇ ਕਾਫੀ ਸਾਰੇ ਕੇਸਿਸ ਅੱਜ ਇਸ ਲੋਕ ਅਦਾਲਤ ਦੇ ਵਿੱਚ ਡਿਸਾਈਡ ਹੋ ਜਾਣਗੇ। ਅਸੀਂ 11/9 ਨੂੰ ਐਜ਼ ਪਰ ਦੀ ਆਨਰੇਬਲ ਜਸਟਿਸ ਜਸਵੰਤ ਸਿੰਘ ਦੇ ਹਦਾਇਤਾਂ ਮੁਤਾਬਕ ਇੱਕ ਅਗਲੀ ਲੋਕ ਅਦਾਲਤ ਨੈਸ਼ਨਲ ਲੋਕ ਅਦਾਲਤ ਲਾਵਾਂਗੇ। ਉਹਦੇ ਵਿੱਚ ਹਰ ਕੇਸ ਇਸ ਤੋਂ ਇਲਾਵਾ ਹੋਰ ਮਿਹਨਤ ਕਰਕੇ ਸਾਡੇ ਆਫਿਸਰਸ ਸਾਡੇ ਸਟਾਫ ਮੈਂਬਰਸ ਅਸੀਂ ਇਹ ਤੋਂ ਕਾਫੀ ਜ਼ਿਆਦਾ ਹੋਰ ਕੇਸ ਲਗਾਵਾਂਗੇ। ਤੇ ਮੇਰੀ ਇਹੀ ਰਿਕੁਐਸਟ ਹੈ ਤਾਂ ਕਿ ਜਿਸ ਦੀ ਕੋਈ ਪ੍ਰੋਬਲਮ ਹੈ, ਜਿਹਦਾ ਕੋਈ ਝਗੜਾ ਹੈ, ਚਾਹੇ ਕੋਰਟ 'ਚ ਪੈਂਡਿੰਗ ਹੈ, ਚਾਹੇ ਹਾਲੇ ਕੋਰਟ 'ਚ ਨਹੀਂ ਆਇਆ, ਪ੍ਰੀ ਲਿਟੀਗੇਟਿਵ ਹੈ, ਉਹ ਦਰਖਾਸਤ ਦੇ ਸਕਦਾ ਹੈ। ਜੋ ਪੈਂਡਿੰਗ ਹੈ ਕੋਰਟ ਨੂੰ ਦੱਸ ਸਕਦਾ ਹੈ, ਦਰਖਾਸਤ ਦੇ ਸਕਦਾ ਹੈ ਤਾਂ ਕਿ ਤੁਸੀਂ ਲੋਕ ਅਦਾਲਤਾਂ ਵਿੱਚ ਆਪਣਾ ਫੈਸਲਾ ਕਰਾਓ। ਲੋਕ ਅਦਾਲਤ ਦਾ ਜਿਹੜਾ ਫੈਸਲਾ ਹੈ ਬੜਾ ਸੌਖਾ ਹੈ, ਬੜਾ ਸਸਤਾ ਹੈ, ਉਹਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਅਤੇ ਦੋਨੋਂ ਪਾਰਟੀਆਂ ਇਹਦੇ ਵਿੱਚ ਜਿੱਤ ਕੇ ਜਾਂਦੀਆਂ। ਲੋਕ ਅਦਾਲਤ ਦੇ ਕੇਸ ਲਵਾਉਣਾ ਬਹੁਤ ਸੌਖਾ ਹੈ। ਸਾਡੇ ਮਿਸਟਰ ਅਸ਼ੋਕ ਕੁਮਾਰ ਮਾਨ ਜੀ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਹਨ, ਇਹਨਾਂ ਕੋਲ ਦਰਖਾਸਤ ਦਿੱਤੀ ਜਾ ਸਕਦੀ ਹੈ। ਸਾਡੇ ਆਫਿਸ ਦਰਖਾਸਤ ਦਿੱਤੀ ਜਾ ਸਕਦੀ ਹੈ ਜਿਹੜੀ ਪ੍ਰੀ ਲਿਟੀਗੇਟਿਵ ਹੈ। ਇਸ ਤੋਂ ਇਲਾਵਾ ਸਾਡੇ ਕੋਲ ਇਹ ਦੋਨੋਂ ਦਰਖਾਸਤਾਂ ਆ ਹੀ ਸਕਦੀਆਂ ਹਨ ਜੋ ਪੈਂਡਿੰਗ ਕੇਸਿਸ ਹਨ, ਅਤੇ ਜੇ ਕੋਰਟ 'ਚ ਪੈਂਡਿੰਗ ਹੈ ਤਾਂ ਕੋਰਟ ਦਰਖਾਸਤ ਦਿੱਤੀ ਜਾ ਸਕਦੀ ਹੈ ਵੀ ਸਾਡਾ ਕੇਸ ਲੋਕ ਅਦਾਲਤ 'ਚ ਲਾਇਆ ਜਾਏ, ਅਤੇ ਉਹ ਡੈਫੀਨੇਟਲੀ ਕੋਰਟ 'ਚ ਦੂਜੀ ਪਾਰਟੀ ਨੋਟਿਸ ਦੇ ਕੇ ਕੋਰਟ ਲੋਕ ਅਦਾਲਤ ਦੇ ਕੇਸ ਆ ਜਾਏਗਾ ਅਤੇ ਉਹਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਉਹਨਾਂ ਦਾ ਫੈਸਲਾ ਆਪਣਾ ਸਹਿਮਤੀ ਨਾਲ ਹੋ ਜਾਏ ਅਤੇ ਉਹਨਾਂ ਦਾ ਝਗੜਾ ਮੁੱਕ ਜਾਏ। ਚੰਡੀਗੜ੍ਹ ਤੋਂ ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ रिपोर्ट। बात की उन्होंने संभावना की बात की, लेकिन आज की तारीख में जो है लगभग कोरोना पूरी तरीके से कंट्रोल में समाप्त है। अब कोई केस आ नहीं रहा, कहीं भी लगभग जीरो है। उस सारे को देखते हमने स्कूल खोलने का निर्णय लिया है। और अगर इस प्रकार की जैसा कुछ लोग शंका जाहिर कर रहे हैं, अगर इस प्रकार का कुछ होगा तो उसके बाद दोबारा उसको निर्णय लेंगे। आपने पिछले 1 महीने से ऑनलाइन करने की बात की थी, मगर बात करें वही मुरली के पे चले जाते हैं, गांव में वहाँ पे नेटवर्क नहीं, बच्चे पढ़ नहीं पा रहे हैं। करीब 150-200 बच्चे ऐसे हैं जिनको 4 से 5 मीटर जाना पड़ता है स्कूल पढ़ाई करने के लिए। मैडम भी बैठी मुरली से, मैडम मुरली से ही है। अभी स्कूलों में छुट्टियाँ चल रही हैं, अभी इस प्रकार की कोई स्थिति नहीं है। जैसा प्रश्न आपने किया, अभी एक चैनल पे मेरे साथ ही बातचीत हुई थी, बल्कि चैनल में जिस व्यक्ति था उसने एक सुझाव दिया था, मुझे अच्छा लगा उसका सुझाव, और निश्चित तरह से उस सुझाव पे हम अमल में भी लेके आएंगे। अगर कुछ स्थान ऐसे हैं, अगर मान लो ये जो तीसरी लहर की बात आप कह रहे हैं कि अब आ सकती है, अगर ऐसी कोई परिस्थिति होगी तो निश्चित तौर से जो दूर दराज के स्कूल हैं उनमें अलग से व्यवस्था करेंगे, टीचर वहाँ जाएंगे, सोशल डिस्टेंसिंग रखेंगे, लेकिन वहीं पर उनको पढ़ाने का काम करेंगे जहाँ पर जैसे आपने कहा कि इस प्रकार की समस्या नेटवर्क की। जिला के लोगों के लिए एक बहुत बड़ी सौगात जो आदरणीय मुख्यमंत्री जी ने दी है। पंचकूला अगले कुछ समय के अंदर मेडिसिटी, एजुसिटी और फिल्म सिटी, ये एक इसके अंदर नए आयाम जुड़ने वाले हैं। और उसके अलावा जो टूरिज़्म की दृष्टि से आज हमारे बीच में हमारे टूरिज़्म मंत्री भी हैं आदरणीय कंवरपाल जी, जो मोरनी के अंदर नए इवेंट्स शुरू किए हैं, चाहे वो पैराग्लाइडिंग है, चाहे वो हॉट बैलून की व्यवस्था है, जो या जो पानी के अंदर स्कूटर की वो जो उसको क्या बोलते हैं, और उसके अलावा पानी वाली नाव, हाँ पानी वाली नाव, और उसके अलावा जो ट्रैकिंग है, ट्रैकिंग जो है वो 8 रूट जो शुरू की हैं। और उसके अलावा जहाँ पर थापली के अंदर जो पंचकर्मा सेंटर जो है वो तैयार होकर के शुरू हुआ है, तो मैं समझता हूँ कि इससे निश्चित तौर पर पंचकूला को आगे ले जाने में, पंचकूला के विकास की दृष्टि से एक बहुत बड़ा जो तोहफा आदरणीय मुख्यमंत्री जी ने दिया है, मैं तो उनका बहुत बहुत आभार व्यक्त करता हूँ। ਪੰਜਾਬ ਭਾਜਪਾ ਨਾਲ ਸੰਬੰਧਿਤ ਪੰਜਾਬ ਭਾਜਪਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਕੀਤਾ ਸਸਪੈਂਡ। ਅਨਿਲ ਜੋਸ਼ੀ ਨੂੰ 6 ਸਾਲਾਂ ਲਈ ਭਾਜਪਾ ਤੋਂ ਕੱਢਿਆ ਗਿਆ ਤੇ ਇਹਦੇ ਨਾਲ ਦੱਸ ਦਈਏ ਕਿ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਦਾ ਨਿਰਦੇਸ਼ ਦਿੱਤਾ ਹੈ ਤੇ ਇਸ ਦੇ ਚਲਦਿਆਂ ਹੁਣ ਅਨਿਲ ਜੋਸ਼ੀ ਨੂੰ ਸਸਪੈਂਡ ਕਰ ਦਿੱਤਾ ਗਿਆ ਪਾਰਟੀ ਚੋਂ। ਪਾਰਟੀ ਵਿਰੋਧੀ ਬਿਆਨਬਾਜ਼ੀ ਦੇ ਚਲਦਿਆਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਅਸ਼ਵਨੀ ਸ਼ਰਮਾ ਵੱਲੋਂ 6 ਜੁਲਾਈ ਨੂੰ ਅਨਿਲ ਜੋਸ਼ੀ ਨੂੰ ਇੱਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਉਹਦੇ ਵਿੱਚ 2 ਦਿਨਾਂ ਦੇ ਅੰਦਰ ਅੰਦਰ ਅਨਿਲ ਜੋਸ਼ੀ ਨੂੰ ਜਵਾਬ ਦੇਣ ਲਈ ਸਮਾਂ ਵੀ ਦਿੱਤਾ ਗਿਆ ਸੀ, ਪਰ ਅਨਿਲ ਜੋਸ਼ੀ ਵੱਲੋਂ ਕੋਈ ਜਵਾਬ ਨਾ ਮਿਲਿਆ ਤੇ ਜੋਸ਼ੀ ਤੇ ਕੇਂਦਰ ਸਰਕਾਰ ਲੀਡਰਸ਼ਿਪ ਅਤੇ ਪਾਰਟੀ ਦੀਆਂ ਨੀਤੀਆਂ ਖਿਲਾਫ ਬਿਆਨਬਾਜ਼ੀ ਕਰਨ ਦਾ ਆਰੋਪ ਵੀ ਲੱਗਿਆ ਤੇ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਵੱਡਾ ਕਦਮ ਚੱਕਦੇ ਹੋਏ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਸਸਪੈਂਡ ਕਰ ਦਿੱਤਾ ਹੈ ਤੇ 6 ਸਾਲਾਂ ਲਈ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ।
ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇਨਾ ਹੀ, ਫਿਰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।